ਸਤਿ ਸ਼੍ਰੀ ਅਕਾਲ ਜੀ। ਜੇ ਤੁਸੀਂ ਖਬਰਾਂ ਨੂੰ ਸੁੰਘਦੇ ਹੋ, ਖਬਰਾਂ ਦੀ ਚੀਰ ਫਾੜ ਦੇ ਵਿੱਚ ਯਕੀਨ ਰੱਖਦੇ ਹੋ, ਤੇ ਇੱਕ ਖਬਰ ਤੁਸੀਂ ਦੇਖੀ ਹੋਣੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਕੁਝ ਬੜੀਆਂ ਅਹਿਮ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਨੇ। ਇਹ ਟਿੱਪਣੀਆਂ ਬਿਨਾਂ ਕਿਸੇ ਸ਼ੱਕ ਦੇ ਸਿੱਖ ਸਿਆਸਤ ਨੂੰ ਲੈ ਕੇ ਨੇ, ਪਰ ਰਾਜਨੀਤੀ ਤੋਂ ਪ੍ਰੇਰਿਤ ਜਿਹੜੀਆਂ ਉਹ ਕਹੀਆਂ ਜਾ ਸਕਦੀਆਂ ਨੇ। ਪਿਛਲੇ ਲੰਬੇ ਸਮੇਂ ਤੋਂ ਅਕਾਲੀ ਭਾਜਪਾ ਗੱਠਜੋੜ ਜਿੰਨੀ ਦੇਰ ਤੱਕ ਰਿਹਾ, ਉਦੋਂ ਤੱਕ ਅਜਿਹੀ ਟਿੱਪਣੀ ਦੀ ਕਦੀ ਕਿਸੇ ਨੇ ਆਸ ਨਹੀਂ ਸੀ ਕੀਤੀ ਅਕਾਲ ਤਖਤ ਦੇ ਜਥੇਦਾਰ ਤੋਂ, ਖਾਸ ਤੌਰ ਦੇ ਉੱਤੇ, ਕਿਉਂਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰਾਂ ਨੂੰ ਅਪੁਆਇੰਟ ਕਰਦੀ ਆ, ਉਹ ਉਹਨਾਂ ਦੇ ਤੁਸੀਂ ਕਹਿ ਲਓ ਕਿ ਦੇਖ ਰੇਖ ਦੇ ਵਿੱਚ ਹੈ, ਉਹਨਾਂ ਦੇ ਕਬਜ਼ੇ ਦੇ ਵਿੱਚ ਹੈ, ਜਿਹੜੇ ਅਕਾਲੀ ਦਲ ਬਾਦਲ ਦੇ ਨਾਲ ਨੇ, ਔਰ ਉਹਨਾਂ ਦਾ ਕਿਉਂਕਿ ਗੱਠਜੋੜ ਬੀਜੇਪੀ ਦੇ ਨਾਲ ਸੀ। ਜਦੋਂ ਇਹ ਗੱਠਜੋੜ ਟੁੱਟ ਗਿਆ ਬੀਜੇਪੀ ਦੇ ਨਾਲੋਂ, ਤੇ ਫਿਰ ਜਿਹੜੀ ਹੌਲੀ ਹੌਲੀ ਤੁਸੀਂ ਦੇਖਿਆ ਹੋਊਗਾ ਕਿ ਜਿਹੜੀ ਬਿਆਨਬਾਜ਼ੀ ਸੀ ਉਹ ਤਿੱਖੀ ਹੁੰਦੀ ਗਈ। ਹੋ ਸਕਦਾ ਹੈ ਕਿ ਹੋਲਾ ਮਹੱਲੇ ਦੇ ਉੱਤੇ ਜਿਹੜਾ ਸੰਦੇਸ਼ ਦਿੱਤਾ ਜਾਂਦਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ, ਉਹਨੂੰ ਤੁਸੀਂ ਉਂਝ ਹੀ ਦੇਖ ਲਿਆ ਹੋਵੇ, ਪਰ ਇਹ ਬੜੇ ਧਿਆਨ ਜਿਹੜਾ ਉਹ ਮੰਗਦਾ ਕੁਝ ਚੀਜ਼ਾਂ ਦੇ ਉੱਤੇ, ਕਿਉਂਕਿ ਜਿਹੜੇ ਕਾਰਜਕਾਰੀ ਜਥੇਦਾਰ ਨੇ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਵੋਟਾਂ ਦਾ ਧਰੁਵੀਕਰਨ ਕਰਦੀ ਆ, ਉਹ ਵੋਟ ਪੋਲਰਾਈਜ਼ ਕਰਦੀ ਆ। ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਧਰਮ ਹੈ ਇਹ ਕਿ ਉਹ ਧਰੁਵੀਕਰਨ ਵੋਟਾਂ ਦਾ ਕਰਨਾ। ਇਹ ਵੀ ਕਹਿਤਾ ਕਿ ਪੱਛਮੀ ਬੰਗਾਲ ਦੇ ਵਿੱਚ ਉਹ ਵੋਟਾਂ ਦੀ ਉਹਨੂੰ ਪੋਲਰਾਈਜ਼ ਵੋਟਾਂ ਨੂੰ ਕਰ ਰਹੀ ਹੈ, ਧਰੁਵੀਕਰਨ ਉੱਥੇ ਕਰ ਰਹੀ ਹੈ। ਤੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਵੀ ਉਹ ਵੋਟਾਂ ਦਾ ਧਰੁਵੀਕਰਨ ਕਰੂਗੀ, ਭਾਵ ਕਿ ਵੋਟਾਂ ਨੂੰ ਜਿਹੜਾ ਉਹ ਪੋਲਰਾਈਜ਼ ਕਰੂਗੀ, ਉਹਨਾਂ ਦਾ ਕਹਿਣ ਤੋਂ ਜਿਹੜਾ ਉਹ ਭਾਵ ਹੈ। ਔਰ ਉਹਨਾਂ ਨੇ ਇਸ਼ਾਰਾ ਇਸ ਪਾਸੇ ਵੱਲ ਕੀਤਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਵੋਟਾਂ ਦਾ ਧਰੁਵੀਕਰਨ ਪੰਜਾਬ ਦੇ ਵਿੱਚ ਕਰੇ। ਲੋਕਾਂ ਨੂੰ ਆਪਣੇ ਧਰਮ ਪ੍ਰਤੀ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ। ਚਲੋ, ਇਹ ਚੰਗੀ ਗੱਲ ਹੈ ਕਿ ਜਥੇਦਾਰ ਸਾਹਿਬ ਦਾ ਬਿਆਨ, ਅਕਾਲ ਤਖਤ ਦੇ ਕਿਸੇ ਜਥੇਦਾਰ ਦਾ ਬਿਆਨ ਬੜੇ ਵਰ੍ਹਿਆਂ ਤੋਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਆਇਆ, ਜਿਹਦੇ ਵਿੱਚ ਉਹਨਾਂ ਨੇ ਇਸ਼ਾਰਾ ਕੀਤਾ ਇਸ ਪਾਸੇ ਵੱਲ ਕਿ ਇਹਦਾ ਧਰੁਵੀਕਰਨ ਵੋਟਾਂ ਦਾ ਕਰਦੀ ਆ ਭਾਰਤੀ ਜਨਤਾ ਪਾਰਟੀ, ਤੇ ਉਹਦਾ ਧਰਮ ਹੈ। ਹੁਣ ਇਹਦੇ ਵਿੱਚ ਸਵਾਲ ਵੱਡਾ ਜਿਹੜਾ ਇਹ ਨਿਕਲਦਾ ਹੈ ਕਿ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਨੇ ਇਸ ਪਾਸੇ ਵੱਲ ਤਾਂ ਇਸ਼ਾਰਾ ਕਰ ਦਿੱਤਾ, ਉਹਨਾਂ ਨੇ ਕਿਉਂ ਇਸ਼ਾਰਾ ਕੀਤਾ ਇਸ ਪਾਸੇ ਵੱਲ? ਕਿਉਂਕਿ ਹੁਣ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਨਹੀਂ ਰਿਹਾ। ਇਹ ਚੀਜ਼ ਜਿਹੜੀ ਆ ਉਹ ਅਕਾਲੀ ਦਲ ਦੇ ਮਨ ਦੇ ਵਿੱਚ ਵੀ ਆ, ਤੇ ਜਥੇਦਾਰ ਸਾਹਿਬ ਤੋਂ ਇਹ ਬਿਆਨ ਜਿਹੜਾ ਉਹ ਦਬਾਇਆ ਗਿਆ। ਮੈਂ ਤਾਂ ਕਰਕੇ ਜਿਹੜਾ ਜੀ ਉਹ ਕਹਿੰਦਾ ਕਿ ਕੀ ਇਹ ਧਰੁਵੀਕਰਨ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਕੋਈ 4-5 ਮਹੀਨੇ ਪਹਿਲਾਂ ਸ਼ੁਰੂ ਕੀਤਾ, ਜਾਂ ਉਹਦਾ ਸ਼ੁਰੂ ਤੋਂ ਜਿਹੜਾ ਜੀ ਇਹ ਰਿਹਾ? ਇਹਦੇ ਬਾਰੇ ਦੇ ਵਿੱਚ ਜਥੇਦਾਰ ਸਾਹਿਬ ਨੂੰ ਜੇਕਰ ਉਹ ਕੁਝ ਜਾਣਕਾਰੀ ਹਾਸਲ ਕਰ ਲੈਂਦੇ ਤੇ ਉਹ ਚੰਗੀ ਗੱਲ ਹੁੰਦੀ। ਉਂਝ ਵੈਸੇ ਕਿੰਤੂ ਪਰੰਤੂ ਜਿਹੜਾ ਜੀ ਉਹ ਕੁਝ ਲੋਕ ਇਹ ਵੀ ਕਹਿਣਗੇ ਕਿ ਇਹ ਤਾਂ ਪੂਰਨ ਸਿੱਖ ਹੀ ਨਹੀਂ ਜਿਹੜੇ ਕਿੰਤੂ ਪਰੰਤੂ ਕਰ ਸਕਣ। ਵੈਸੇ ਪੂਰਨ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਕਿੰਤੂ ਪਰੰਤੂ ਨਹੀਂ ਕਰਨ ਦਿੱਤਾ ਜਾਂਦਾ। ਪਿਛਲੇ ਸਮੇਂ ਦੇ ਦੌਰਾਨ ਤੁਸੀਂ ਦੇਖਿਆ ਹੋਣਾ, ਉਹ ਤਾਂ ਪੂਰਨ ਗੁਰਸਿੱਖ ਸਨ, ਜਿਹੜੇ ਬੈਠੇ ਸਨ ਦਰਬਾਰ ਸਾਹਿਬ ਦੇ ਬਾਹਰ, ਉਹਦੇ ਜਿਹੜੀ ਹਦੂਦ ਆ ਉਹਦੇ ਤੋਂ ਬਾਹਰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਾਲੀ ਸਾਈਡ ਦੇ ਉੱਤੇ, ਜਿਹੜੇ ਕਿ 328 ਸਰੂਪ ਜਿਹੜੇ ਗਵਾਚ ਗਏ ਸੀ, ਉਹਨਾਂ ਦਾ ਜਿਹੜਾ ਮੰਗ ਰਹੇ ਸਨ ਕਿ ਉਹ ਕਿੱਥੇ ਗਏ। ਅਜਿਹਾ ਹਿਸਾਬ ਕਿਤਾਬ ਤਾਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰੀ ਵੀ ਮੰਗ ਰਹੇ ਆ, ਲਗਾਤਾਰ ਮੰਗ ਰਹੇ ਆ ਕਿ ਉਹ 328 ਸਰੂਪ ਜਿਹੜੇ ਉਹ ਕਿੱਥੇ ਗਏ। ਔਰ ਜਿਹੜਾ 1984 ਦੇ ਵਿੱਚ ਜਦੋਂ ਸਾਕਾ ਨੀਲਾ ਤਾਰਾ ਹੋਇਆ, ਉੱਥੋਂ ਜਿਹੜਾ ਸਮਾਨ ਚੁੱਕ ਕੇ ਫੌਜ ਲੈ ਗਈ, ਉਹ ਹੁਣ ਤੱਕ ਤਾਂ ਇਹੀ ਕਹਿੰਦੇ 35 ਸਾਲਾਂ ਤੋਂ ਕਹਿੰਦੇ ਰਹੇ ਕਿ ਜੀ ਉਹ ਸਾਨੂੰ ਵਾਪਸ ਨਹੀਂ ਕੀਤਾ। ਪਰ ਇਹ ਵੀ ਗੱਲ ਜਿਹੜੀ ਉਹ ਕਲੀਅਰ ਹੋ ਗਈ ਪਿਛਲੇ ਕੁਝ ਸਮੇਂ ਦੇ ਦੌਰਾਨ, ਕੋਈ 1.5 ਸਾਲ ਪਹਿਲਾਂ, ਕਿ ਜੀ ਨਹੀਂ, ਉਹ ਤਾਂ ਸਮਾਨ ਸਾਰੇ ਦਾ ਸਾਰਾ ਮੋੜ ਦਿੱਤਾ ਸੀ।
ਔਰ ਉਹਦੇ ਬਕਾਇਦਾ ਤੌਰ ਦੇ ਉੱਤੇ ਰਿਸੀਵ ਹੋਇਆ ਸਮਾਨ ਉਹਦੇ ਸੰਬੰਧੀ ਇੱਕ ਕਮੇਟੀ ਬਣਾਈ ਸੀ। ਔਰ ਇਹ ਕਮੇਟੀ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂਗਰ ਹੋਰਾਂ ਦੀ ਅਗਵਾਈ ਦੇ ਵਿੱਚ ਬਣੀ ਸੀ। ਉਹਨੇ ਅੱਜ ਤੱਕ ਕੋਈ ਮੀਟਿੰਗ ਨਹੀਂ ਕੀਤੀ ਕਿਉਂਕਿ ਉਹ ਜਾਣਨਾ ਨਹੀਂ ਚਾਹੁੰਦੇ ਕਿ ਉਹ ਸਮਾਨ ਕਿਹਨੇ ਰਿਸੀਵ ਕੀਤਾ ਤੇ ਉਹ ਬੇਸ਼ਕੀਮਤੀ ਸਮਾਨ ਕਿੱਥੇ ਹੈ। ਮੈਂ ਤਾਂ ਕਰਕੇ ਇਹ ਗੱਲ ਜਿਹੜੀ ਜੀ ਉਹ ਉਠਾਈ, ਉਹਦੇ ਨਾਲ ਲੱਗਵੀਂ ਕਿ ਜਿਹੜੇ ਸਵਾਲ ਨੇ ਉਹ ਤਾਂ ਬੜੇ ਵੱਡੇ ਹੋ ਰਹੇ ਨੇ। ਜਥੇਦਾਰ ਸਾਹਿਬ ਇਹਨਾਂ ਕਿਸੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ, ਪਰ ਇਹ ਰਾਜਨੀਤੀ ਤੋਂ ਪ੍ਰੇਰਿਤ ਸਿੱਧਾ ਸਵਾਲ ਹੈ ਕਿ ਭਾਰਤੀ ਜਨਤਾ ਪਾਰਟੀ ਵੋਟਾਂ ਦਾ ਧਰੁਵੀਕਰਨ ਕਰਦੀ ਹੈ, ਵੋਟ ਪੋਲਰਾਈਜ਼ ਦੇ ਤੌਰ ਦੇ ਉੱਤੇ ਚੱਲਦੀ ਆ, ਉਹਦੇ 'ਚ ਕੋਈ ਸ਼ੱਕ ਸ਼ੁਬਾ ਨਹੀਂ ਕਿਸੇ ਨੂੰ ਹੈਗਾ। ਭਾਰਤੀ ਜਨਤਾ ਪਾਰਟੀ ਦੀ ਸਿਆਸਤ ਹੀ ਇਸ ਚੀਜ਼ ਦੇ ਉੱਤੇ ਟਿਕੀ ਹੋਈ ਹੈ। ਸਵਾਲ ਇਹ ਆ ਕਿ ਕੀ ਇਹਦੀ ਸਮਝ ਹੋਣ ਲੱਗੀ ਆ ਕਿ ਉਹ ਵੋਟਾਂ ਦਾ ਧਰੁਵੀਕਰਨ ਕਰਦੀ ਆ। ਜਥੇਦਾਰ ਸਾਹਿਬ ਅੱਜ ਤੱਕ ਬਰਗਾੜੀ ਦੇ ਵਿੱਚ ਵਾਪਰੀਆਂ ਘਟਨਾਵਾਂ ਦੇ ਮਾਮਲੇ ਦੇ ਉੱਤੇ ਚੁੱਪ ਕਿਉਂ ਨੇ? ਬਰਗਾੜੀ ਦੇ ਵਿੱਚ ਜੋ ਕੁਝ ਹੋਇਆ, ਗੁਰੂ ਗ੍ਰੰਥ ਸਾਹਿਬ ਚੋਰੀ ਕੀਤੇ ਗਏ, ਉਹਨਾਂ ਦੀ ਬੇਅਦਬੀ ਹੋਈ, ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ, ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਗਟ ਕਰ ਰਹੇ ਲੋਕਾਂ ਦੇ ਉੱਤੇ ਗੰਦਾ ਪਾਣੀ ਸੁੱਟਿਆ ਗਿਆ, ਸੀਵਰੇਜ ਦਾ ਲਿਆ ਕੇ ਗੋਲੀ ਚਲਾਈ ਗਈ, 2 ਜਾਣੇ ਜਿਹੜੇ ਉਹਨਾਂ ਦੀ ਇਸ ਗੋਲੀ ਦੇ ਨਾਲ ਜਾਨ ਜਾਂਦੀ ਰਹੀ। ਇਸ ਮਾਮਲੇ ਦੇ ਉੱਤੇ ਕੁਝ ਨਹੀਂ ਉਹ ਬੋਲਦੇ। ਅਕਾਲ ਤਖਤ ਤੋਂ ਜਿਹੜੇ ਸਰਸੇ ਵਾਲਾ ਮੁਖੀ ਸੀ ਉਹਨੂੰ ਮੁਆਫੀ ਕਿਹਦੇ ਕਹਿਣ ਦੇ ਉੱਤੇ ਦਿੱਤੀ ਗਈ? ਇੱਕ ਜਿਹੜੇ ਜਥੇਦਾਰ ਸੀ ਗੁਰਮੁਖ ਸਿੰਘ ਹੋਰੀ, ਉਹਨਾਂ ਦੀ ਵੀਡੀਓ ਤਾਂ ਅੱਜ ਵੀ ਪਈ ਆ, ਜਿਹੜੇ ਕਹਿੰਦੇ ਸਾਨੂੰ ਕੋਠੀ ਦੇ ਵਿੱਚ ਸੱਦ ਕੇ ਕਿਹਾ ਗਿਆ ਸੀ ਜਾਓ ਤੇ ਮਾਫ ਕਰ ਦਿਓ। ਫਿਰ ਉਸ ਮੁਆਫੀ ਨੂੰ ਸਹੀ ਠਹਿਰਾਉਣ ਲਈ 96 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ। ਜਥੇਦਾਰ ਸਾਹਿਬ ਇਸ ਮਾਮਲੇ ਦੇ ਉੱਤੇ ਵੀ ਚੁੱਪ ਨੇ। ਫਿਰ ਉਹ ਮਾਫੀ ਵਾਪਸ ਲਈ ਗਈ। ਜਥੇਦਾਰ ਸਾਹਿਬ ਇਸ ਮਾਮਲੇ ਦੇ ਉੱਤੇ ਵੀ ਜਿਹੜਾ ਉਹ ਚੁੱਪ ਨੇ। ਇਹ ਸਿਰਫ ਇਹ ਜਿਹੜੀ ਕੱਲ੍ਹ ਲੈਣੀ ਗੱਲ ਕਿ ਵੋਟਾਂ ਦਾ ਧਰੁਵੀਕਰਨ ਹੋ ਰਿਹਾ, ਇਹ ਅਕਾਲੀ ਦਲ ਦੇ ਵੱਲੋਂ ਅਖਵਾਈ ਗਈ ਗੱਲ ਹੈ, ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਪ੍ਰੈਸ਼ਰਾਈਜ਼ ਕਰਨ ਦੇ ਵਾਸਤੇ। ਇਹ ਧਰੁਵੀਕਰਨ ਜਿਹੜਾ ਵੋਟ ਪੋਲਰਾਈਜ਼ ਆ ਉਹ ਪੰਜਾਬ ਦੇ ਵਿੱਚ ਜਿਹੜਾ ਉਹ ਕਰਨਗੇ। ਭਾਰਤੀ ਜਨਤਾ ਪਾਰਟੀ ਦਾ ਜਦੋਂ ਗੱਠਜੋੜ ਜਿਹੜਾ ਅਕਾਲੀ ਦਲ ਬਾਦਲ ਦੇ ਨਾਲ ਰਿਹਾ, ਤਾਂ ਜਥੇਦਾਰ ਸਾਹਿਬ ਸਵਾਲ ਇਹ ਆ ਕਿ ਕੀ ਉਹ ਉਦੋਂ ਵੋਟਾਂ ਦਾ ਧਰੁਵੀਕਰਨ ਨਹੀਂ ਕਰਦੇ ਰਹੇ, ਉਹ ਵੋਟ ਪੋਲਰਾਈਜ਼ ਨਹੀਂ ਕਰਦੇ ਰਹੇ? ਉਹ ਕਿਹੜੇ ਵੋਟ ਬੈਂਕ ਦੇ ਉੱਤੇ ਜਿੱਤਦੇ ਰਹੇ ਨੇ ਭਾਰਤੀ ਜਨਤਾ ਪਾਰਟੀ ਵਾਲੇ? ਜੇ ਤੁਸੀਂ ਪੁੱਛ ਲਓ ਅਕਾਲੀ ਦਲ ਦੇ ਆਗੂਆਂ ਨੂੰ ਤੇ ਹੋ ਸਕਦਾ ਕਿ ਉਹ ਬਿਹਤਰ ਜਵਾਬ ਜਿਹੜਾ ਉਹ ਦੇ ਦੇਣ। ਇੱਕ ਬੇਨਤੀ ਜਿਹੜੀ ਹੈ, ਮੰਨਣੀ ਤਾਂ ਹੈ ਨਹੀਂ, ਕਿਉਂਕਿ ਮੰਨਣੀ ਇਸ ਕਰਕੇ ਨਹੀਂ ਕਿ ਪੜ੍ਹਦਾ ਕੋਈ ਨਹੀਂ। ਕੋਈ 450 ਸਫ਼ੇ ਦਾ ਇੱਕ ਵਾਈਟ ਪੇਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਸੀ। ਗੁਰਚੰਦ ਸਿੰਘ ਟੌੜਾ ਹੋਰਾਂ ਦੇ ਦਖਤ ਨੇ ਉਹਦੇ ਉੱਤੇ ਜਿਹੜਾ ਇਹ ਵਾਈਟ ਪੇਪਰ ਛਪਿਆ ਸੀ, ਉਹ ਇੱਕ ਵਾਰੀ ਪੜ੍ਹ ਲਓ। ਤੁਹਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਤੇ ਨਾ ਕਿਤੇ ਖੂੰਜੇ 'ਚੋਂ ਲੱਭ ਜਾਣਾ। ਉਹ ਉਂਝ ਵੈਸੇ ਅਵੇਲੇਬਲ ਨਹੀਂ ਗਾ ਆਮ, ਜਿਹੜਾ ਉਹਦੀ ਕਾਪੀ ਮੇਰੇ ਕੋਲੇ ਮੌਜੂਦ ਆ, ਇੱਕ ਫੋਟੋ ਕਾਪੀ ਲਈ ਸੀ ਕਿਸੇ ਤਰੀਕੇ ਦੇ ਨਾਲ। ਉਹ ਮੈਂ ਤਾਂ ਕਰਕੇ ਯਾਦ ਕਰਾਇਆ ਕਿ ਜੋ ਕੁਝ ਪੰਜਾਬ ਦੇ ਵਿੱਚ ਜਿਹੜਾ ਵਾਪਰਿਆ 84 ਤੋਂ ਪਹਿਲਾਂ, ਸਾਕਾ ਨੀਲਾ ਤਾਰਾ ਤੋਂ ਪਹਿਲਾਂ ਜੇਕਰ ਆਪਾਂ ਆਈਏ, ਤਾਂ ਉਦੋਂ ਕਿੰਨਾ ਨੇ ਜਿਹੜਾ ਸੀਗਾ ਅੰਮ੍ਰਿਤਸਰ ਦੇ ਵਿੱਚ ਮਾਹੌਲ ਖਰਾਬ ਕਰਨਾ ਸ਼ੁਰੂ ਕੀਤਾ। ਸਟੇਸ਼ਨ ਦੇ ਉੱਤੇ ਲੱਗੀ ਜਿਹੜੀ ਦਰਬਾਰ ਸਾਹਿਬ ਦਾ ਮਾਡਲ ਸੀਗਾ, ਫੋਟੋ ਸੀ, ਉਹਨੂੰ ਲਾ ਕੇ ਕਿਹਨੇ ਤੋੜਿਆ, ਉਹਨਾਂ ਨੇ ਕੀ ਨਾਅਰੇਬਾਜ਼ੀ ਕੀਤੀ, ਉਹ ਬਾਅਦ ਦੇ ਵਿੱਚ ਕਿਹੜੀ ਸਿਆਸੀ ਪਾਰਟੀ ਬਣੀ, ਉਹਦੇ ਨਾਲ ਗੱਠਜੋੜ ਅਕਾਲੀ ਦਲ ਨੇ ਫਿਰ ਜਿਹੜਾ ਉਹ ਕੀਤਾ। ਸਮਾਂ ਥੋੜ੍ਹਾ ਪੈਣ ਤੋਂ ਬਾਅਦ ਉਹਨਾਂ ਦੇ ਗੱਠਜੋੜ ਦੇ ਨਾਲ ਸਰਕਾਰਾਂ ਚਲਾਉਂਦੇ ਆਏ। ਕੀ ਤੁਹਾਨੂੰ ਪਤਾ ਹੈ ਇਸ ਗੱਲ ਦਾ ਕਿ ਉਹਦੇ ਵਿੱਚ ਲਿਖਤ ਰੂਪ ਦੇ ਵਿੱਚ ਕਿਹਦੇ ਵੱਲ ਇਸ਼ਾਰਾ ਕੀਤਾ ਹੋਇਆ? ਬਾਈ ਨੇਮ ਉਹਦੇ ਵਿੱਚ ਸਾਰਾ ਕੁਝ ਜਿਹੜਾ ਕੱਲੀਆਂ ਘਟਨਾਵਾਂ ਦਾ ਵਰਣਨ ਉਹਦੇ ਵਿੱਚ ਕੀਤਾ ਹੋਇਆ। 450 ਸਫ਼ੇ ਦਾ ਜ਼ਰੂਰ ਸਮਾਂ ਲੱਗਦਾ ਹੋਊਗਾ, ਕਿਤੇ ਲੰਬੇ ਟੂਰ ਤੇ ਜਾਂਦੇ ਜਿਹੜਾ ਪਿੱਛੇ ਬਹਿ ਕੇ ਪੜ੍ਹ ਲੈਣਾ ਗੱਡੀ ਦੇ, ਜਾਂ ਸਮਾਂ ਲੱਗੇ ਤੇ ਜਿਹੜਾ ਉਹ ਪੜ੍ਹ ਲੈਣਾ। ਹੋ ਸਕਦਾ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਇਹ ਧਰੁਵੀਕਰਨ ਦੀ ਸਿਆਸਤ ਕਿੱਥੋਂ ਸ਼ੁਰੂ ਹੋਈ ਸੀਗੀ, ਕਿੱਥੋਂ ਤੱਕ ਜਿਹੜਾ ਉਹ ਚਲੇਗੀ। ਔਰ ਉਮੀਦ ਇਸ ਗੱਲ ਦੀ ਵੀ ਜਿਹੜਾ ਜੀ ਉਹ ਕਰੀਏ ਕਿ ਚਲੋ ਬਾਕੀ ਛੱਡ ਦਿਓ, ਜਿਹੜੀਆਂ 2 ਬਹੁਤ ਸੈਂਸਿਟਿਵ ਗੱਲਾਂ ਨੇ। ਇੱਕ ਤਾਂ ਜਿਹੜਾ ਸਾਕਾ ਨੀਲਾ ਤਾਰਾ ਤੋਂ ਵੇਲੇ ਜਿਹੜਾ ਸਮਾਨ ਚੁੱਕ ਕੇ ਫੌਜ ਲੈ ਗਈ ਸੀਗੀ, ਉਹਦੇ ਵਿੱਚ ਹੱਥ ਲਿਖਤ ਬੀੜਾਂ ਨੇ, ਉਹਦੇ ਵਿੱਚ ਇਤਿਹਾਸ ਹੈ, ਉਹਦੇ ਵਿੱਚ ਬਹੁਤ ਕੁਛ ਹੈ। ਔਰ ਇਸ ਤਰ੍ਹਾਂ ਦਾ ਜਿਹੜਾ ਕਿ ਦੁਬਾਰਾ ਨਹੀਂ ਬਣਾਇਆ ਜਾ ਸਕਦਾ, ਕਿਸੇ ਵੀ ਹਾਲਤ ਦੇ ਵਿੱਚ ਦੁਬਾਰਾ ਨਹੀਂ ਬਣਾਇਆ ਜਾ ਸਕਦਾ। ਉਹ ਕਿੱਥੇ ਗਏ? ਉਹ ਰਿਸੀਵ ਕਿਹਨੇ ਕੀਤੇ? ਜਿਹੜੀ ਉਹ ਕਮੇਟੀ ਬਣੀ ਸੀ, ਕੀ ਉਹਨਾਂ ਦੇ ਬਾਰੇ ਦੇ ਵਿੱਚ ਕੋਈ ਜਵਾਬ ਦਿਓਗੇ ਕਿ ਜੇ ਕਿਰਪਾਲ ਸਿੰਘ ਬਡੂਗਰ ਹੋਰੀ ਬਜ਼ੁਰਗ ਹੋ ਗਏ ਨੇ, ਉਹ ਨਹੀਂ ਮੀਟਿੰਗ ਲੈ ਸਕਦੇ, ਤੇ ਕੋਈ ਹੋਰ ਮੀਟਿੰਗ ਹੀ ਜਿਹੜਾ ਲੈ ਲਵੇ
ਤੇ ਲੋਕਾਂ ਦੇ ਸਾਹਮਣੇ ਇਹ ਅਸਲੀਅਤ ਆ ਜਾਵੇ ਕਿ ਉਹ ਕਿੱਥੇ ਗਏ ਇੰਨਾ ਜਿਹੜਾ ਖਜ਼ਾਨਾ ਸੀਗਾ ਜਿਹਦੀ ਕੀਮਤ ਹੀ ਕੋਈ ਨਹੀਂ ਗੀ। ਤੇ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸੀ ਉਹ ਅੱਜ ਵੀ ਉੱਥੇ ਹੀ ਖੜਾ। ਉਹ ਜਦੋਂ ਵਾਪਰੀਆਂ ਉਦੋਂ ਸੱਤਾ ਦੇ ਵਿੱਚ ਕੌਣ ਸਨ ਤੇ ਉਹਨਾਂ ਨੇ ਉਦੋਂ ਇਹਨਾਂ ਘਟਨਾਵਾਂ ਦੇ ਵਾਸਤੇ ਕੀ ਕੀਤਾ, ਇਹਦਾ ਵਿਸਥਾਰ ਜੇਕਰ ਜਿਹੜਾ ਜੀ ਉਹ ਮਿਲ ਜਾਵੇ। ਤੇ ਕਿਉਂਕਿ ਬੇਅਦਬੀ ਦੇ ਜੇ ਤੁਸੀਂ ਬੈਕਗਰਾਊਂਡ ਦੇ ਉੱਤੇ ਜਾਂਦੇ ਹੋ ਤੇ ਫਿਰ ਉੱਥੇ ਇਹ ਨਿਕਲਦਾ ਹੈ ਕਿ ਅਕਾਲ ਤਖਤ ਤੋਂ ਜਿਹੜੀ ਮੁਆਫੀ ਦਿੱਤੀ ਗਈ ਸੀ, ਬੇਸ਼ੱਕ ਉਹ ਤੁਸੀਂ ਨਹੀਂ ਦਿੱਤੀ, ਉਹ ਗੁਰਬਚਨ ਸਿੰਘ ਹੋਰਾਂ ਨੇ ਦਿੱਤੀ ਸੀ, ਪਰ ਉਸ ਜਗ੍ਹਾ ਦੇ ਉੱਤੇ ਤੁਸੀਂ ਰਿਕਾਰਡ ਤਾਂ ਉੱਥੇ ਮੌਜੂਦ ਹੋਊਗਾ ਨਾ, ਉਹ ਕਿਹੜੇ ਤਰੀਕੇ ਦੇ ਨਾਲ ਦਿੱਤੀ ਸੀ, ਇਹ ਵੀ ਜੇ ਸਪਸ਼ਟੀਕਰਨ ਲੋਕਾਂ ਨੂੰ ਮਿਲ ਜਵੇ ਤੇ ਕਾਫੀ ਲਾਹੇਵੰਦ ਹੋ ਸਕਦਾ। ਤੁਹਾਡੀ ਵੋਟ ਪੋਲਰਾਈਜ਼ ਕਰਨ ਵਾਲੀ ਗੱਲ, ਧਰੁਵੀਕਰਨ ਕਰਨ ਵਾਲੀ ਗੱਲ ਜਿਹੜੀ ਉਹ ਕੱਟਣ ਵਾਲੀ ਨਹੀਂ ਹੈ। ਮੈਂ ਇਹ ਨਹੀਂ ਕਹਿੰਦਾ ਕਿ ਉਹ ਧਰੁਵੀਕਰਨ ਨਹੀਂ ਕੀਤਾ ਜਾਂਦਾ, ਵੋਟ ਪੋਲਰਾਈਜ਼ ਨਹੀਂ ਕੀਤੇ ਜਾਂਦੇ, ਪਰ ਸਵਾਲ ਵੱਡਾ ਇਹ ਆ ਕਿ ਇਹ ਹੁਣ ਕਿਉਂ ਬਿਆਨ ਦਿੱਤਾ ਗਿਆ ਇਸ ਵੇਲੇ, ਜਦੋਂ ਜਿਹੜਾ ਅਕਾਲੀ ਦਲ ਬਾਦਲ ਹੈ ਉਹ ਇੱਕ ਤਾਂ ਇਸ ਚੀਜ਼ ਦੇ ਵਾਸਤੇ ਜੂਝ ਰਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਸਕੂਗਾ ਜਾਂ ਨਹੀਂ ਲੜ ਸਕੂਗਾ, ਔਰ ਦੂਸਰਾ ਜਦੋਂ ਉਹਦਾ ਗੱਠਜੋੜ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਟੁੱਟ ਗਿਆ ਤਾਂ ਉਹ ਪੰਜਾਬ ਦੇ ਵਿੱਚ ਉਹਦੀ ਸਿਆਸਤ ਜਿਹੜੀ ਆ ਉਹ ਕੇਸ ਉਸਲਵੱਟੇ ਦੇ ਉੱਤੇ ਜਾਊਗੀ। ਉਦੋਂ ਤੁਹਾਡੇ ਵੱਲੋਂ ਇਹ ਦਿੱਤਾ ਗਿਆ ਬਿਆਨ ਹੈ। ਚੰਗਾ ਹੁੰਦਾ ਇਹ ਬਿਆਨ ਕੁਝ ਸਮਾਂ ਪਹਿਲਾਂ ਜਿਹੜਾ ਆਉਂਦਾ ਜਦੋਂ ਅਜੇ ਗੱਠਜੋੜ ਕਾਇਮ ਸੀਗਾ, ਉਦੋਂ ਜਿਹੜਾ ਜੀ ਉਹ ਪਤਾ ਲੱਗਦਾ ਫਿਰ ਵੀ ਤੁਸੀਂ ਇਹ ਬਿਆਨ ਦੇ ਸਕਦੇ ਹੋ ਜਾਂ ਨਹੀਂ। ਜਿਹੜਾ ਜੇ ਕਿਉਂਕਿ ਉਹ ਜਿਹੜੇ ਤੁਹਾਨੂੰ ਮੈਂ ਪੱਖ ਗਣਾਏ ਨੇ ਜੀ ਉਹ ਧਾਰਮਿਕ ਨੇ, ਇਹ ਰਾਜਨੀਤਿਕ ਪੱਖ ਹੈ ਜਿਹੜਾ ਤੁਸੀਂ ਉਠਾਇਆ ਕਿਉਂਕਿ ਤੁਸੀਂ ਅਕਾਲ ਤਖਤ ਦੇ ਜਥੇਦਾਰ ਹੋ, ਇਸ ਕਰਕੇ ਇਹ ਗੱਲ ਜਿਹੜਾ ਜੀ ਇਹ ਵੀ ਕਿੰਤੂ ਪਰੰਤੂ ਹੋਗਾ ਕਿ ਧਰਮ ਤੇ ਰਾਜਨੀਤੀ ਇਕੱਠੇ ਇਸ ਕਰਕੇ ਉਹ ਗੱਲ ਕਰ ਸਕਦੇ, ਬਿਲਕੁਲ ਕਰ ਸਕਦੇ, ਤੁਹਾਡੇ ਗੱਲ ਕਰਨ ਦੇ ਉੱਤੇ ਇਤਰਾਜ਼ ਨਹੀਂ ਗਾ, ਪਰ ਜਿਹੜੇ ਏਡੇ ਵੱਡੇ ਵੱਡੇ ਸਵਾਲ ਖੜੇ ਨੇ ਉਹਨਾਂ ਦਾ ਜਵਾਬ ਕਦੇ ਨਹੀਂ ਮਿਲਦਾ। ਇੱਕ ਨਵੇਂ ਭੰਬਲ ਭੂਸੇ ਦੇ ਵਿੱਚ ਜਿਹੜਾ ਜੀ ਉਹ ਪਾ ਦਿੱਤਾ ਜਾਂਦਾ, ਬਿਨਾਂ ਕਿਸੇ ਸ਼ੱਕ ਦੇ ਭੰਬਲ ਭੂਸਾ ਕ੍ਰੀਏਟ ਕਰਨ ਵਾਲੀ ਜਿਹੜਾ ਜੀ ਉਹ ਬਿਆਨ ਦਿੱਤਾ ਗਿਆ, ਸਿੱਧਮ ਸਿੱਧਾ ਰਾਜਨੀਤੀ ਤੋਂ ਜਿਹੜਾ ਜੀ ਉਹ ਪ੍ਰੇਰਿਤ ਬਿਆਨ ਹੈ। ਜੇ ਬਾਕੀ ਚੀਜ਼ਾਂ ਦੇ ਉੱਤੇ ਵੀ ਗੱਲਬਾਤ ਕਰਦੇ, ਉਹਦੇ ਨਾਲ ਲੱਗਵੀਂ ਇਹ ਗੱਲ ਕਰ ਦਿੰਦੇ ਤੇ ਗੱਲ ਜਿਹੜਾ ਜੀ ਉਹ ਸਮਝ ਆਉਂਦੀ। ਖਾਸ ਤੌਰ ਦੇ ਉੱਤੇ ਇਹ ਸਵਾਲ ਵੱਡੇ ਹੁੰਦੇ ਜਾਣਗੇ ਕਿ ਉਹ ਸਾਕਾ ਨੀਲਾ ਤਾਰਾ ਦੇ ਦੌਰਾਨ ਚੁੱਕਿਆ ਗਿਆ ਸਮਾਨ ਜਿਹੜਾ ਸੀਗਾ ਉਹ ਕਿੱਥੇ ਆ, ਜੇ ਉਹ ਆਇਆ ਤੇ ਉਹਨੂੰ ਰਿਸੀਵ ਕਿਹਨੇ ਕੀਤਾ, ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਿਉਂ ਵਾਪਰੀਆਂ, ਉਹਦੇ ਪਿੱਛੇ ਕਿਹੜੇ ਲੋਕ ਸੀ, ਮੁਆਫੀ ਕਿਉਂ ਦਿੱਤੀ ਗਈ, ਫਿਰ ਮੁਆਫੀ ਵਾਪਸ ਕਿਉਂ ਜਿਹੜੀ ਉਹ ਲਈ ਗਈ, ਇਹ ਵੀ ਪਤਾ ਹੈ। ਮੈਂ ਜਿਵੇਂ ਕਿਹਾ ਕਿ ਪਹਿਲੀ ਤਾਂ ਗੱਲ ਇਹ ਸਵਾਲਾਂ ਨੂੰ ਇਸ ਕਰਕੇ ਕੱਟ ਦਿੱਤਾ ਜਾਊਗਾ ਵੀ ਤੁਸੀਂ ਤਾਂ ਸਿੱਖ ਹੀ ਨਹੀਂ, ਇਹ ਜਿਹੜਾ ਨਹੀਂ ਕਿਹਾ ਜਾਂਦਾ। ਚਲੋ ਇਹ ਮੇਰੇ ਸਵਾਲ ਨਹੀਂ ਗਏ, ਇਹ ਤਾਂ ਬਹੁਤ ਸਾਰੇ ਉਹਨਾਂ ਗੁਰਸਿੱਖਾਂ ਦੇ ਸਵਾਲ ਨੇ ਜਿਹੜੇ ਸਰੂਪ ਦੇ ਵਿੱਚ ਪੂਰੇ ਨੇ। ਮੈਂ ਉਹਨਾਂ ਦੇ ਕਈਆਂ ਦੇ ਨਾਮ ਵੀ ਤੁਹਾਨੂੰ ਜਿਹੜਾ ਜੀ ਉਹ ਲਏ ਆ। ਇਹ ਤਾਂ ਭਾਈ ਰਣਜੀਤ ਸਿੰਘ ਹੋਰਾਂ ਦੇ ਵੀ ਸਵਾਲ ਨੇ, ਉਹਨਾਂ ਦਾ ਤਾਂ ਸਤਿਕਾਰ ਵੀ ਹੈ ਕਿਉਂਕਿ ਉਹ ਕੋਈ ਕਰਪਟ ਵਿਅਕਤੀ ਨਹੀਂ ਹੈਗੇ, ਉਹਨਾਂ ਨੇ ਵੀ ਤਾਂ ਇਹ ਸਵਾਲ ਜਿਹੜੇ ਉਠਾਏ ਨੇ, ਔਰ ਜਿਹੜੇ ਸਵਾਲ ਉਠਾਉਂਦੇ ਸੀ ਜਿਨ੍ਹਾਂ ਦੇ ਉੱਤੇ ਹਮਲੇ ਵੀ ਕੀਤੇ ਗਏ ਸੀ ਅੰਮ੍ਰਿਤਸਰ ਦੇ ਵਿੱਚ, ਇਹ ਸਵਾਲ ਤਾਂ ਉਹਨਾਂ ਨੇ ਵੀ ਜਿਹੜਾ ਉਹ ਉਠਾਏ ਨੇ। ਅੱਜ ਤੱਕ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ। ਕੁਝ ਵੀ ਹੋਵੇ, ਇਹਨਾਂ ਜਿਹੜਾ ਧਰੁਵੀਕਰਨ ਤੇ ਮੁੜ ਕੇ ਗੱਠਜੋੜ ਹੋਣਾ, ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਤਾਂ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇੱਕ ਵਾਰੀ ਤੁਸੀਂ ਉਹ ਵਾਈਟ ਪੇਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਰੂਰ ਪੜ੍ਹ ਲੈਣਾ। ਹੋ ਸਕਦਾ ਤੁਹਾਡੀ ਜਾਣਕਾਰੀ ਦੇ ਵਿੱਚ ਕੁਝ ਵਾਧਾ ਹੋ ਜਾਵੇ। ਧੰਨਵਾਦ, ਸਤਿ ਸ਼੍ਰੀ ਅਕਾਲ।